खबर बठिंडा तो आ रही है जिथों दे गुरुद्वारा किला मुबारक दे विच एक शक्की औरत नूं काबू किया गया है। दस दिए कि लगातार श्री दरबार साहिब दे विच पहलां बेअदबी की घटना वापरदी है, उस तो बाद कपूरथले वाला इंसीडेंट हुंदा है ते कई थावां दियां इस तरह दियां जड़ियां ने उस तो बाद इंसीडेंट्स वापर चुकियां ने ते शक्कियां नूं काबू किया जा रहा है। ਤੇ ਹੁਣ बठिंडा ਦੇ गुरुद्वारा किला मुबारक ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਹੈ। ਇੱਕ ਔਰਤ ਸੀ ਜੋ ਅੰਦਰ ਜਾ ਕੇ ਗਲਤ ਹਰਕਤਾਂ ਕਰ ਰਹੀ ਸੀ, ਸੇਵਾਦਾਰਾਂ ਦੇ ਵੱਲੋਂ ਉਸ ਨੂੰ ਰੋਕਿਆ ਗਿਆ। ਰੋਕਣ ਦੇ ਬਾਵਜੂਦ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਉੱਚੀ ਉੱਚੀ ਰੌਲਾ ਪਾਉਣ ਲੱਗੀ ਤਾਂ ਜਦੋਂ ਪੁੱਛ ਪੜਤਾਲ ਦੇ ਲਈ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਕਿ ਉਹ ਅਪ੍ਰੈਲ ਤੋਂ ਹਸਪਤਾਲ ਦੇ ਵਿੱਚੋਂ ਫਰਾਰ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ। ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਕਿਲਾ ਮੁਬਾਰਕ ਦੇ ਵਿੱਚ माहौल तनाव वाला बन गया क्योंकि औरत जिहड़ी आ वो गलत शब्दावली का प्रयोग कर रही सी। श्री दरबार साहिब बारे भी गलत शब्दावली का प्रयोग उस दे वल्लों कीता गया। उस दियां शक्की हरकतां नूं देखदियां होइयां उत्थों दे प्रबंधकां दे वल्लों सेवादारां दे वल्लों पुलिस नूं कॉल कीती गई अते पुलिस दे हवाले कीता गया। पुलिस हुण पुछ पड़ताल कर रही है। पहली नज़रे यह औरत मानसिक तौर पर परेशान जिहड़ी नज़र आ रही सी, पूरी तरह दे नाल ਜਿਹੜੀ सही नहीं सी नज़र आ रही, जिस करके इसनूं पुलिस के हवाले किया गया। प्रबंधकों का कहना सीगा कि सानूं शक सी कि यह गुरुद्वारा साहिब दे विच किसी माड़ी घटना नूं अंजाम ना दे देवे, इस करके इसनूं पुलिस के हवाले किया है। तो दस दईए कि लोगों के नाल बहस करती भी नज़र आ रही है यह औरत अते इस दे परिवार नाल भी संपर्क होया तो उन्होंने दस्सिया कि यह औरत हस्पताल दे विचों अप्रैल तो फरार है तो सानूं लभ नहीं सी रही। हुण यह बठिंडा दे गुरुद्वारा साहिब ਦੇ ਵਿੱਚੋਂ ਇਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਦਾ ਨਾਮ ਹੈ ਉਹ ਵੀ ਸਾਹਮਣੇ ਆਇਆ ਹੈ। ਕਰਨਾਲ ਦੀ ਰਹਿਣ ਵਾਲੀ ਹੈ ਇਹ ਔਰਤ। ਭਗਤੀ ਅਹੂਜਾ ਵਜੋਂ ਇਸ ਦੀ ਪਹਿਚਾਣ ਹੋਈ ਹੈ ਅਤੇ ਗੁਰਦੁਆਰਾ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਵਿੱਚੋਂ ਇਸ ਨੂੰ ਪ੍ਰਬੰਧਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ। ਪੂਰੀ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਇਹ ਲੋਕਾਂ ਦੇ ਨਾਲ ਬਹਿਸ ਕਰ ਰਹੀ ਸੀ, ਕੀ ਕੁਝ ਕਹਿ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। फोटो खींच लो, जल्दी खींचो। एक्टिंग करती है, मेरी एक्टिंग बहुत अच्छी आती है। माय नेम इज भक्ति देवी, गॉड डॉटर। सारे गुरुद्वारे में ताला लगाने वाली भक्ति देवी। फोटो खींच लो, जल्दी खींचो। एक्टिंग करती है, मेरी एक्टिंग बहुत अच्छी आती है। आई नहीं पुलिस अभी तक। आओ जल्दी बुलाओ ना, जल्दी कॉल दी पुलिस, जल्दी हरी अप। मैं बुलावा पुलिस नूं कि ताले बंद कर दो सरदार जी नूं। जिन्होंने तकलीफ होती है वाहेगुरू का नाम सुनना नहीं है। बुरी है अच्छे लेडीज है बहुत परेशान करती है, खिंच के वाहेगुरू का नाम है चंद तकलीफ। ओ यार गेट पे बैठे हैं मुलाजम, अपने गेट वाले ਨੂੰ ਕਹਿ ਦੋ ਮੁਲਾਜ਼ਮਾਂ ਭੇਜ ਦੇਣਗੇ। ਕੀ ਹੁੰਦਾ ਅਸੀਂ ਫੜੀ ਬੈਠਿਆਂ ਨੂੰ। ਮੈਂ ਤਾਂ ਸਹੀ ਗੱਲ ਕਰਨੀ ਆ ਜੋ ਕਰਨੀ ਆ, ਗੱਲ ਕਰਨੀ ਹੈ ਸੱਚੀ ਗੱਲ ਹੈ। ਤੋਂ ਅੱਗੇ ਅੰਮ੍ਰਿਤਸਰ ਲੈ ਕੇ ਹਾਂ ਅੰਮ੍ਰਿਤਸਰ ਤੇ ਫਿਰ ਹੈ ਹੀ ਗੰਦਾ ਗੁਰਦੁਆਰਾ। ਕਿੱਥੇ ਪੁਲਿਸ ਕਿਵੇਂ ਕਹਿੰਦਾ ਗੰਦਾ ਗੁਰਦੁਆਰਾ, ਕਿਵੇਂ ਕਹਿੰਦਾ ਗੰਦਾ ਗੁਰਦੁਆਰਾ। ਅਸੀਂ ਅੰਦਰੋਂ ਕੱਢਿਆ ਬਾਹਰ ਹੀ ਪੈ ਗਿਆ ਅਸੀਂ ਤਾਂ ਸੋਚਦੇ ਨਹੀਂ ਜੇ ਕੋਈ ਬੰਦੇ ਵਾਲੀ ਗੱਲ ਹੁਣ ਕੱਢੇਗਾ ਇਸ ਤੋਂ ਬਾਅਦ ਕੰਮ ਹੁੰਦੇ ਨੇ ਤੈਨੂੰ ਮਾਂ ਉਹ ਗੱਲ ਨਾ ਕੱਢੀ ਤੈਨੂੰ ਦੱਸਦਾ। ਅਸੀਂ ਲੇਡੀ ਦਾ ਤਾਂ ਸਨਮਾਨ ਕਰ ਰਹੇ ਸੀ ਕਿ ਲੈ ਕੇ ਜਾਓ ਬਾਈ ਜੀ ਭਾਈ ਆਪਾਂ ਤਾਂ ਗੱਲ ਨਾ ਬੋਲੋ ਬਾਹਰ ਕੱਢਿਆ ਜੀ ਅੰਦਰ ਦਰਬਾਰ ਦੇ ਬਾਹਰ ਕੱਢਿਆ। ਮੇਰੀ ਗੱਲ ਸੁਣ ਲਓ, ਤੁਹਾਡਾ ਨਵਾਂ ਨਵਾਂ ਵਿਆਹ ਹੋਇਆ। ਮਾਈ ਨੇਮ ਇਜ਼ ਭਗਤੀ ਦੇਵੀ, गॉड डॉटर। सारे गुरुद्वारे में ताला लगाने वाली भक्ति देवी। फोटो खींच लो, जल्दी खींचो। एक्टिंग करती है, मेरी एक्टिंग बहुत अच्छी आती है। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਲਗਭਗ ਅੱਜ 1 ਵਜੇ ਦੇ ਕਰੀਬ ਸਾਨੂੰ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀਗੀ ਤੇ ਕਿ ਕਿਲਾ ਸਾਹਿਬ ਗੁਰਦੁਆਰਾ ਦੇ ਵਿੱਚ ਅੱਜ ਕਿਲਾ ਮੁਬਾਰਕ ਵੱਲੋਂ ਐਸਜੀਪੀਸੀ ਵੱਲੋਂ ਕੀਤੀ। ਠੀਕ ਹੈ ਜੀ ਕੀ ਫਤਿਹ ਜੀ।
ਅੱਜ ਤਕਰੀਬਨ 12 ਵਜੇ ਗੁਰਦੁਆਰਾ ਕਿਲ੍ਹਾ ਸਾਹਿਬ ਵਿਖੇ ਇਹ ਜੋ ਕੋਈ ਲੇਡੀਜ਼ ਔਰਤ ਆ ਤਕਰੀਬਨ ਇਹਦੀ 40 ਕੁ ਸਾਲ ਦੀ ਉਮਰ ਮਾਈ ਨੇਮ ਇਜ਼ ਭਗਤੀ ਦੇਵੀ। ਇਹ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਤੇ ਇਹਨੇ ਆਪਣੇ ਮੋਬਾਈਲ ਤੇ ਇੱਕ ਆਪਣੇ ਤੌਰ ਤੇ ਹੀ ਇਹਨੇ ਸ਼ਬਦ ਆਪਦੇ ਨਿੱਜੀ ਮੋਬਾਈਲ ਤੇ ਜਿਹੜਾ ਵੱਡਾ ਮੋਬਾਈਲ ਸੀ ਉਹਦੀ ਤੇ ਇਹਨੇ ਮੋਬਾਈਲ ਤੇ ਸ਼ਬਦ ਲਾਇਆ ਹੋਇਆ ਸੀ ਤੇ ਸਾਡੇ ਗ੍ਰੰਥੀ ਸਿੰਘ ਪਹਿਲਾਂ ਹੀ ਕਿਸੇ ਸੰਗਤ ਵਾਲੀ ਦੀ ਅਰਦਾਸ ਕਰ ਰਹੇ ਸੀ। ਅਰਦਾਸ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਸਤਨਾਮ ਸਿੰਘ ਨੇ ਉਹਨੂੰ ਰੋਕਿਆ ਵੀ ਤੂੰ ਇੱਦਾਂ ਕੋਈ ਸ਼ਬਦ ਨਹੀਂ ਲਾ ਸਕਦੀ, ਜੇ ਬੈਠਣਾ ਚੁੱਪ ਕਰਕੇ ਬੈਠ ਜਾ। ਫਿਰ ਉਸਨੇ ਇਸ ਗੱਲ ਤੇ ਇਤਰਾਜ਼ ਕੀਤਾ ਵੀ ਮੈਂ ਇੱਥੇ ਹੀ ਆਪਣਾ ਭਜਨ ਕਰਨਾ, ਮੈਂ ਇੱਥੇ ਹੀ ਸਿਮਰਨ ਕਰਨਾ। ਤੇ ਫਿਰ ਸਾਡੇ ਹੈਡ ਗ੍ਰੰਥੀ ਸਾਹਿਬ ਬਾਬਾ ਜਗਤਾਰ ਸਿੰਘ ਜੀ ਆਏ, ਉਹਨਾਂ ਨੇ ਵੀ ਸਮਝਾਇਆ ਪਰ ਉਹ ਇਹਨਾਂ ਨੂੰ ਪ੍ਰਬੰਧਕਾਂ ਨੂੰ ਇਤਰਾਜ਼ ਕੀਤਾ ਵੀ ਮੈਂ ਇੱਥੇ ਹੀ ਬੈਠਣਾ। ਉਹਨਾਂ ਨੇ ਫਿਰ ਦੁਬਾਰਾ ਉਸ ਨੂੰ ਬਾਹਰ ਲਿਆ ਕੇ ਨਾਲ ਸੰਗਤ ਨੂੰ ਲੈ ਕੇ ਤਲਾਸ਼ੀ ਕੀਤੀ ਉਹਦੀ। ਜੋ ਉਹਦਾ ਝੋਲਾ ਸੀਗਾ ਉਹਦੇ ਵਿੱਚ ਇੱਕ ਹਨੂਮਾਨ ਦੀ ਜੋ ਮੈਟਲ ਦੀ ਛੋਟੀ ਜਿਹੀ ਮੂਰਤੀ ਉਹ ਨਿਕਲੀ, ਇੱਕ ਮਾਚਿਸ ਨਿਕਲੀ, ਇੱਦਾਂ ਧੂਫ ਨਿਕਲੀ, ਇੱਕ ਹਨੂਮਾਨ ਚਾਲੀਸਾ ਛੋਟਾ ਕੋਏਗਾ ਕੋਈ ਲਾਈਟਰ ਵਗੈਰਾ ਨਿਕਲਿਆ। ਤੇ ਜਦੋਂ ਇਹਨਾਂ ਨੂੰ ਇਹ ਸ਼ੱਕ ਦੇ ਪੈਣ ਦੇ ਆਧਾਰ ਤੇ ਇਹਨਾਂ ਨੇ ਉਹਨੂੰ ਸਮਝਾਇਆ ਵੀ ਤੂੰ ਥੱਲੇ ਚੱਲ। ਫਿਰ ਉਹਨੇ ਦੁਰਵਿਹਾਰ ਵੀ ਕੀਤਾ ਤੇ ਲੇਡੀਜ਼ ਨੇ ਗਲਤ ਵੀ ਬੋਲੀ ਪ੍ਰਬੰਧਕਾਂ ਨੂੰ, ਪਰ ਇਸ ਨੂੰ ਮੱਦੇਨਜ਼ਰ ਰੱਖਦੇ ਸਾਡੇ ਹੈਡ ਗ੍ਰੰਥੀ ਸਾਹਿਬ ਨੇ ਤੇ ਸੰਗਤ ਨੂੰ ਨਾਲ ਲੈ ਕੇ ਇੱਕ ਕੋਤਵਾਲੀ ਇਹਨਾਂ ਨੂੰ ਅਰੈਸਟ ਕਰਵਾਤਾ ਜੀ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਨਾਲ ਸੰਗਤ ਨੂੰ ਲੈ ਕੇ ਨਾਲ ਸਟਾਫ ਨੂੰ ਲੈ ਕੇ ਕਿ ਇਹਦੀ ਬੜੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕਿਸ ਮਕਸਦ ਲਈ ਇਹ ਆਈ ਹੈ। ਕੀ ਇਹਨਾਂ ਨੇ ਕੀਰਤਨ ਦੀ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੀ? ਨਹੀਂ, ਇਹ ਨਹੀਂ ਕਹਿ ਸਕਦੇ, ਹੋ ਸਕਦਾ ਇਹਦੀ ਕੋਈ ਭਾਵਨਾ ਹੋਵੇ ਤੇ ਜਿਸ ਹਿਸਾਬ ਨਾਲ ਇਹਦੇ ਕੋਲ ਨਿਕਲੀ ਹੈ ਅਜੇ ਕੋਈ ਇਹਨੇ ਬੇਅਦਬੀ ਤਾਂ ਨਹੀਂ ਕੀਤੀ ਹੈ ਜੀ। ਮਨਸਾ ਕੀ ਲੱਗਦੀ ਮਨਸਾ ਦੇ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੂ। ਕੋਈ ਨਾਲ ਵੀ ਸੀ ਕਿ ਇਕੱਲੇ ਸੀਗੇ? ਨਹੀਂ, ਇਕੱਲੇ ਸੀ, ਫਿਲਹਾਲ ਇਕੱਲੇ ਸੀ ਕਿਉਂਕਿ ਆਪਾਂ ਕਿਹੜੇ ਜਾਣਦੇ ਆ। ਹੁਣ ਪਤਾ ਲੱਗਾ ਜੇ ਪੁਲਿਸ ਵਾਲੇ ਇੱਥੇ SHO ਸਾਹਿਬ ਨੂੰ ਮਿਲੇ ਆ ਕਿ ਭਗਤੀ ਅਹੂਜਾ ਨਾਮ ਦੀ ਇੱਕ ਔਰਤ ਹੈ, ਕਰਨਾਲ ਤੋਂ ਆਈ। ਕਰਨਾਲ ਤੋਂ ਹਾਂਜੀ। ਲਿਖਤੀ ਰੂਪ ਚ ਕੋਈ ਸ਼ਿਕਾਇਤ ਤੁਸੀਂ ਦਿੱਤੀ ਹੈ ਕਿ ਹੁਣ? ਹਾਂਜੀ, ਅਸੀਂ ਲਿਖਤੀ ਵੀ ਦੇਵਾਂਗੇ, ਇਨਵੈਸਟੀਗੇਸ਼ਨ ਵੀ ਤੁਰੀ ਜਾਂਦੇ। ਮੈਂਬਰ ਸਾਹਿਬ ਵੀ ਵਿਜੇਂਦਰ ਕੌਰ ਨਾਲ ਖੜੇ ਨੇ। ਅਸੀਂ ਇਹਨਾਂ ਨੂੰ ਬਿਲਕੁਲ ਰਾਲਾ ਸੁਸਾਇਟੀਆਂ ਨੂੰ ਲੈ ਕੇ ਬਿਲਕੁਲ ਸਖਤੀ ਨਾਲ ਇਨਵੈਸਟੀਗੇਸ਼ਨ ਲਿਖਿਆ ਕਿ ਇਹ ਨਾ ਹੋਵੇ ਕਿ ਜਿਵੇਂ ਪਿੱਛੇ ਸਰਕਾਰਾਂ ਬਣਾ ਦਿੰਦੀਆਂ ਨੇ ਵੀ ਕੋਈ ਪਾਗਲ ਆ ਜਾਂ ਕਿ ਮੈਂਟਲ ਆ। ਤੇ ਇਸ ਕਰਕੇ ਫਿਰ ਸਿੱਖ ਸੰਗਤਾਂ ਜੀ ਆਪਣੇ ਆਪ ਕੋ ਸਿੱਖ ਰਵਾਇਤਾਂ ਅਨੁਸਾਰ ਕੋਈ ਫੈਸਲਾ ਲੈਂਦੀਆਂ ਤੇ ਫਿਰ ਉਹ ਇਤਰਾਜ਼ ਬਣਦਾ। ਤੇ ਅਸੀਂ ਇਹੋ ਹੀ ਸਰਕਾਰਾਂ ਨੂੰ ਕੋਸ਼ਿਸ਼ ਕਰਾਂਗੇ, ਪੁਲਿਸ ਮੁਲਾਜ਼ਮਾਂ ਨੂੰ, ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਜਿਹਦੀ ਇਨਵੈਸਟੀਗੇਸ਼ਨ ਆ ਇਹਦੀ ਬਹੁਤ ਸਖਤੀ ਨਾਲ ਕਰਨੀ ਚਾਹੀਦੀ ਹੈ। ਇਹ ਕਿਸ ਮਨਸ਼ਾ ਨਾਲ ਆਈ? ਠੀਕ ਹੈ, ਤੁਸੀਂ ਸ਼ਿਕਾਇਤ ਕੀਤੀ ਹੈ ਜੀ ਪਿਛਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੀ ਲਗਭਗ ਅੱਜ 1 ਵਜੇ ਦੇ ਕਰੀਬ ਸਾਨੂੰ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀਗੀ ਤੇ ਕਿ ਕਿਲ੍ਹਾ ਸਾਹਿਬ ਗੁਰਦੁਆਰਾ ਦੇ ਵਿੱਚ ਅੱਜ ਇੱਕ ਲੇਡੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਬੈਠੀ ਸੀਗੀ। ਆਪਦੇ ਫੋਨ ਦੇ ਉੱਤੇ ਉਹਨੇ ਕੀਰਤਨ ਲਾਇਆ ਹੋਇਆ ਸੀ ਕਾਫੀ ਉੱਚੀ ਆਵਾਜ਼ ਦੇ ਵਿੱਚ, ਜਿਹਦੇ ਨਾਲ ਉੱਥੇ ਅੰਦਰ ਵਿਘਨ ਪੈ ਰਿਹਾ ਸੀਗਾ। ਜਦੋਂ ਸਿੰਘ ਸਾਹਿਬ ਨੇ ਉਹਨੂੰ ਆਪਦੇ ਫੋਨ ਦੀ ਆਵਾਜ਼ ਘੱਟ ਕਰਨ ਵਾਸਤੇ ਜਾਂ ਬਾਹਰ ਜਾਣ ਵਾਸਤੇ ਕਿਹਾ ਤਾਂ ਉਹਨੇ ਅੱਗਿਓਂ ਬਹਿਸਬਾਜ਼ੀ ਕੀਤੀ ਉਹਨਾਂ ਦੇ ਨਾਲ। ਤਾਂ ਉਹਨਾਂ ਨੇ ਉਹ ਲੇਡੀ ਨੂੰ ਉੱਥੋਂ ਦਰਬਾਰ ਸਾਹਿਬ ਤੋਂ ਬਾਹਰ ਲੈ ਆਏ ਤੇ ਉਸ ਤੋਂ ਬਾਅਦ ਸਾਨੂੰ ਇਤਲਾਹ ਮਿਲੀ ਤੇ ਅਸੀਂ ਲੇਡੀ ਮੁਲਾਜ਼ਮ ਨੂੰ ਉੱਥੇ ਭੇਜ ਕੇ ਉਹ ਲੜਕੀ ਨੂੰ ਥਾਣੇ ਲੈ ਕੇ ਆਂਦਾ। ਮੁੱਢਲੀ ਪੁੱਛਗਿੱਛ ਜੋ ਕੀਤੀ ਹੈ ਉਸ ਲੜਕੀ ਤੋਂ, ਉਹਦਾ ਉਮਰ ਕਰੀਬ 40 ਸਾਲ ਹੈਗੀ ਹੈ, ਮੈਂਟਲੀ ਅਪਸੈਟ ਲੱਗਦੀ ਹੈ ਉਹ ਮੁੱਢਲੀ ਗੱਲਬਾਤ ਤੋਂ। ਉਹਦਾ ਨਾਮ ਹੈਗਾ ਜੀ ਭਗਤੀ ਅਹੂਜਾ। ਵੈਸੇ ਉਹ ਕਰਨਾਲ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ੍ਹ ਮੈਰਿਡ ਹੈਗੀ ਹੈ ਫਰੀਦਾਬਾਦ। ਤੇ ਉਹਦੇ ਪਰਿਵਾਰ ਵਾਲਿਆਂ ਨਾਲ ਵੀ ਸਾਡੀ ਗੱਲ ਹੋਈ ਆ, ਉਹਨਾਂ ਨੇ ਸਾਡੇ ਧਿਆਨ ਦੇ ਵਿੱਚ ਲੈ ਕੇ ਆਂਦਾ ਕਿ ਇਹ ਮੈਂਟਲੀ ਅਪਸੈਟ ਹੈ, ਇਹਦੀ ਦਵਾਈ ਵੀ ਚੱਲਦੀ ਸੀ ਤੇ ਅਪ੍ਰੈਲ ਮਹੀਨੇ ਦੀ ਇਹ ਘਰੋਂ ਗਈ ਹੋਈ ਸੀਗੀ ਤੇ ਇਹਨੂੰ ਹਸਪੀਟਲ ਦਾਖਲ ਕਰਾਇਆ ਸੀ, ਉੱਥੋਂ ਇਹ ਭੱਜ ਗਈ ਸੀ ਤੇ ਉਸ ਤੋਂ ਬਾਅਦ ਇਹ ਘਰੇ ਨਹੀਂ ਗਈ। ਸੋ ਬਾਕੀ ਇਹਦੇ ਫੋਨ ਵਗੈਰਾ ਦੀ ਕਾਲ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਤੇ ਜੋ CCTV ਕੈਮਰੇ ਦੀ ਫੁਟੇਜ ਆ ਉਹ ਵੀ ਸਾਰੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਉਹਨੂੰ ਵੀ ਐਗਜ਼ਾਮਿਨ ਕਰਾਂਗੇ ਤੇ ਉਸ ਤੋਂ ਬਾਅਦ ਤਾਂ ਕਿ ਕੋਈ ਜਿਹੜੇ ਸਾਰੇ ਪਹਿਲੂ ਇਸ ਮਸਲੇ ਦੇ ਉਹ ਵਿਚਾਰੇ ਜਾ ਸਕਣ, ਦੇਖੇ ਜਾ ਸਕਣ ਵੀ ਇਹਦੇ 'ਚ ਕੋਈ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਦੀ ਤਾਂ ਨਹੀਂ ਕੋਈ ਨੀਅਤ ਸੀਗੀ। ਹਾਂਜੀ, ਕੁਝ ਗੱਲਬਾਤ ਦੱਸੀ ਉਹਨੇ ਕੀ ਬਰਾਮਦ ਹੋਇਆ ਸੀ ਕੁਝ? ਇਹਦੇ ਕੋਲ ਇੱਕ ਝੋਲਾ ਸੀਗਾ, ਉਹ ਝੋਲੇ ਦੀ ਅਸੀਂ ਤਲਾਸ਼ੀ ਕੀਤੀ ਹੈ। ਵੈਸੇ ਉਹ ਝੋਲੇ 'ਚੋਂ ਕੋਈ ਇਹੋ ਜਿਹੀ ਜਿਹੜੀ ਕੋਈ ਆਪਾਂ ਕਹਿ ਸਕੀਏ ਵੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਸਾਨੂੰ ਬਰਾਮਦ ਹੋਈ ਹੈ। ਕੁਝ ਫ਼ੋਨ ਨੰਬਰ ਵਗੈਰਾ ਮਿਲੇ ਨੇ, ਉਹ ਫ਼ੋਨ ਨੰਬਰਾਂ ਦੀ ਅਸੀਂ ਜਾਂਚ ਕਰ ਰਹੇ ਹਾਂ ਵੀ ਉਹ ਕਿਹਨਾਂ ਦੇ ਨੰਬਰ ਹੈ ਤੇ ਕੁਝ 1-2 ਲੋਕਲ ਢਾਬੇ ਵਾਲਿਆਂ ਦੇ ਨੰਬਰ ਵੀ ਸੀ ਕਿ ਉਹਨਾਂ ਨੂੰ ਅਸੀਂ ਬੁਲਾ ਲਿਆ। ਹੋ ਸਕਦਾ ਉੱਥੇ ਬੈਠ ਕੇ ਖਾਣਾ ਵਗੈਰਾ ਇਹਨੇ ਖਾਧਾ ਹੋਵੇ। ਲੈਟਰ ਜਾਂ ਮਾਚਿਸ ਵਗੈਰਾ ਮਿਲੀ ਉਹਦੇ ਵਿੱਚੋਂ? ਇੱਕ ਮਾਚਿਸ ਦੀ ਡੱਬੀ ਮਿਲੀ ਹੈਗੀ ਆ, ਉਹ ਅਸੀਂ ਦੇਖ ਰਹੇ ਹਾਂ। ਉਹ ਸ਼ਾਇਦ ਇਹਦੇ ਕੁਝ ਧੂਫ ਬੱਤੀ ਵਗੈਰਾ ਵੀ ਇਹਦੇ ਬੈਗ ਦੇ ਵਿੱਚ ਸੀਗੀ। ਸੋ ਇਹ ਲੇਡੀ ਦਾ ਇਹ ਕਹਿਣਾ ਕਿ ਧੂਫ ਬੱਤੀ ਵਗੈਰਾ ਜਗਾਉਣ ਦਾ ਇਹ ਕੰਮ ਕਰਦੀ ਸੀ ਉਹ ਮਾਚਿਸ ਦੇ ਨਾਲ। ਹਿੰਦੂ ਦੇਵੀ ਦੇਵਤਿਆਂ ਦੀ ਕੋਈ ਫੋਟੋ ਫਾਟੋ ਨਿਕਲੀ ਹੈ, ਕੋਈ ਮੂਰਤੀ? ਇੱਕ ਹਨੂਮਾਨ ਚਾਲੀਸਾ ਦੀ ਉਹਦੇ ਵਿੱਚ ਇੱਕ ਛੋਟੀ ਕਾਪੀ ਹੈਗੀ ਆ, ਉਹ ਹੈਗੀ ਆ।
ਕੋਈ ਮੰਨੇ ਕੁਝ ਗੱਲਬਾਤ ਚਾਂਸ ਜਾਂ ਕੁਝ ਗੱਲਬਾਤ ਹੋਈ ਹੋਵੇ? ਉਹ ਲੇਡੀ ਮਾਨਸਿਕ ਤੌਰ ਤੇ ਠੀਕ ਨਹੀਂ ਲੱਗਦੀ ਤੇ ਉਹ ਊਟ-ਪਟਾਂਗ ਗੱਲਾਂ ਕਰ ਰਹੀ ਆ ਤੇ ਕੁਝ ਗਲਤ ਵੀ ਬੋਲ ਰਹੀ ਸੀ ਕਿਉਂ, ਪਰ ਐਸ ਸੱਚ ਹੋਰ ਉਹ ਕੋਈ ਇਹ ਜੀ ਹੋਰ ਕੋਈ ਗੱਲ ਸਾਹਮਣੇ ਨਹੀਂ। ਬਾਕੀ ਇਹਦੇ ਜੋ ਘਰ ਦੇ ਇੱਥੇ ਆਉਣਗੇ ਉਦੋਂ ਸਾਰੀ ਗੱਲ ਇਹਦੀ ਕਲੀਅਰ ਹੋਗੀ ਵੀ ਇਹਦੇ ਕੀ ਮੈਡੀਕਲ ਰਿਕਾਰਡ ਹੈ, ਇਹਦੀ ਕੀ ਮੈਡੀਕਲ ਹਿਸਟਰੀ ਹੈ। ਸਰ ਮਾਮਲਾ ਫਿਰ ਦਰਜ ਉਸ ਤੋਂ ਬਾਅਦ ਹੀ ਹੋਊਗਾ ਜੀ? ਹਾਂ, ਸਾਰੀ ਗੱਲ ਇੱਕ ਵਾਰੀ ਵੈਰੀਫਾਈ ਕਰਕੇ ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਸ ਕਾਰਨ ਵਿੱਚ ਟੈਕਨੀਕਲ ਸਪੋਰਟ ਲੈ ਰਹੇ ਹਾਂ ਜੀ, ਕਿੱਥੋਂ ਆਏ ਕਿ ਘਟਨਾ ਸੀਸੀਟੀਵੀ ਫੁਟੇਜ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ, ਇਹਦੀ ਕਾਲ ਡਿਟੇਲ ਵਗੈਰਾ ਵੀ ਅਸੀਂ ਸਾਰੀ ਅਪਲਾਈ ਕਰਤੀ ਹੈ, ਉਹ ਵੀ ਸਾਡੇ ਕੋਲ ਥੋੜੀ ਟਾਈਮ ਦੇ ਵਿੱਚ ਆ ਜਾਊਗੀ ਵੀ ਇਹਦੀ ਕਿੱਥੋਂ ਮੂਵਮੈਂਟ ਹੋਈ ਹੈ, ਕਿੱਥੇ ਆਈ ਹੈ, ਕਿਤੇ ਬਠਿੰਡਾ ਸ਼ਹਿਰ ਦੇ ਵਿੱਚ ਤਾਂ ਨਹੀਂ ਇਹਦੀ ਕਿਸੇ ਨਾਲ ਫੋਨ ਵਗੈਰਾ ਤੇ ਗੱਲ ਹੋਈ, ਸੋ ਉਹ ਫਿਰ ਅਗਲਾ ਜਾਂਚ ਦਾ ਵਿਸ਼ਾ ਹੋਊਗਾ। ਠੀਕ ਹੈ ਜੀ। ਨਹੀਂ ਇਹ ਗੱਲ ਲੋਕਾਂ ਨੂੰ ਜ਼ਰੂਰ ਹਾਂਜੀ ਉਹੀ ਅਸੀਂ ਮੈਨੂੰ ਵੀ ਭੇਜੋ ਪਲੀਜ਼। ਮੈਨੂੰ ਤਾਂ ਬ੍ਰੇਕਿੰਗ ਪਾਈ ਹੈ ਵੀ ਨਹੀਂ ਲੱਗੀ ਹੈ ਨਾ ਕਰਕੇ ਪਰ ਹੁਣ ਇਸ ਮਾਮਲੇ ਮੇਰਾ ਨਾਮ ਉਦਮਪ੍ਰੀਤ ਸਿੰਘ ਆ ਜੀ, ਮੇਰੀ ਹੈਲਪਰ ਡਿਊਟੀ ਹੈ ਇੱਥੇ। ਤੇ ਉਹ ਲੇਡੀ ਜਿਹੜੀ ਉਹ ਅਦਰ ਸਟੇਟ ਦੀ ਸੀ, ਇੰਗਲਿਸ਼ ਤੇ ਹਿੰਦੀ ਬੋਲਦੀ ਸੀ, ਹੋਰ ਪੰਜਾਬੀ ਜਾਂ ਕੋਈ ਹੋਰ ਭਾਸ਼ਾ ਨਹੀਂ ਉਹਨੇ ਬੋਲੀ। ਤੇ ਉਹ ਦਰਬਾਰ 'ਚ ਸੁਬਾਹ ਆਈ ਤੇ ਉਹਨੇ ਆਪਣੇ ਫੋਨ ਤੇ ਸ਼ਬਦ ਕੀਰਤਨ ਲਾਇਆ ਸੀ ਤੇ ਉਹ ਬੈਠੀ ਗੋਲਕ ਦੇ ਨੇੜੇ ਹੀ ਬੈਠੀ ਸੀ ਤੇ ਡਿਸਟਰਬ ਕਰ ਰਹੀ ਸੀ ਸੰਗਤ ਨੂੰ, ਆਉਣ ਜਾਣ ਵਾਲੀ ਨੂੰ, ਜਿਵੇਂ ਮੈਂਟਲ ਪੇਸ਼ੈਂਟ ਕਰਦੇ ਉਵੇਂ ਕਰਦੀ ਸੀ। ਤੇ ਹੋਰ ਤਾਂ ਨਹੀਂ ਉਹਨੇ ਕੁਛ ਕੀਤਾ। ਇੱਕ ਉਹ ਥੋੜਾ ਜਿਹਾ ਉਹਦੀ ਲੈਂਗੁਏਜ ਰਫ ਸੀ ਸੰਗਤ ਨੂੰ। ਕਿੱਦਾਂ ਦੀ ਲੈਂਗੁਏਜ ਬੋਲਦੇ ਸੀ? ਲੈਂਗੁਏਜ ਜਿਵੇਂ ਆਪਾਂ ਠੇਠ ਪੰਜਾਬੀ 'ਚ ਕੋਈ ਗਾਲਾਂ ਗੂਲਾਂ ਕੱਢਦੇ ਆ, ਉਸ ਟਾਈਪ ਦੀ ਉਹਦੀ ਲੈਂਗੁਏਜ ਸੀਗੀ। ਤੇ ਉਹਨੇ ਮੁੜ ਕੇ ਉਸ ਕੋਈ ਮੱਥਾ ਟੇਕਣ ਵਾਲਾ ਸਿੱਖ ਆਇਆ, ਉਹਨੇ ਕਿਹਾ ਵੀ ਇਹ ਤੁਸੀਂ ਨਾ ਬੋਲੋ ਤੇ ਗੱਲ ਪੈ ਗਈ। ਉਹਨੂੰ ਫੜ ਕੇ ਸਾਡਾ ਪਹਿਰੇਦਾਰ ਸੀ ਸੇਵਾਦਾਰ, ਉਹਨੇ ਤੇ ਇੱਕ ਗੁਰਸਿੱਖ ਹੋਰ ਬੰਦਾ ਸੀ ਨਾਲ, ਉਹ ਬਾਹਰ ਲੈ ਕੇ ਬਸ ਉੱਥੇ ਜਾ ਕੇ ਉਹ ਕਹਿੰਦੀ ਮੈਂ ਕਾਫੀ ਧਮਕੀਆਂ ਦਿੱਤੀਆਂ ਉਹਨੇ ਕਿ ਲੋਕ ਲਵਾ ਦਾਂਗੇ ਗੁਰੂ ਘਰ ਨੂੰ, ਅਸੀਂ ਆਹ ਕਰ ਦਾਂਗੇ ਐਵੇਂ। ਹਿੰਦੀ ਲੈਂਗੁਏਜ ਹਿੰਦੀ ਤੇ ਇੰਗਲਿਸ਼ ਦੋ ਲੈਂਗੁਏਜ ਹੀ ਬੋਲਦੀ ਸੀ। ਤੇ ਉਹਦੇ ਕੋਲੋਂ ਕਾਫੀ ਮੂਰਤੀਆਂ ਤੇ ਮਾਚਿਸ ਹੋਰ ਕਾਫੀ ਸਮਾਨ ਜਿਹਾ ਬਰਾਮਦ ਹੋਇਆ, ਚਾਰਜਰ ਵਗੈਰਾ, ਫੋਨ, ਐਂਡਰੋਇਡ ਫੋਨ ਸੀ ਉਹਦੇ ਕੋਲੇ। ਤੇ ਇੱਕ ਉਹ ਮੰਨ ਲਓ ਉਹਨੇ ਭੈ ਨਹੀਂ ਮੰਨਿਆ, ਪੁਲਿਸ ਦਾ ਵੀ ਭੈ ਨਹੀਂ ਮੰਨਿਆ, ਕਹਿੰਦੀ ਮੈਨੂੰ ਥਾਣੇ ਲੈ ਕੇ ਚੱਲੋ, ਨੋ ਪ੍ਰੋਬਲਮ ਕਹਿੰਦੀ। ਕੋਈ ਦਿਮਾਗੀ ਸੰਤੁਲਨ ਤੋਂ ਲੱਗਦਾ? ਥੋੜਾ ਬਹੁਤਾ ਲੱਗਦਾ ਸੀ, ਜ਼ਿਆਦਾ ਸਪੈਸ਼ਲ ਤੌਰ ਤੇ ਕਰ ਰਹੀ ਸੀ। ਕਿਹੜੀ ਪੁਲਿਸ ਦੇ ਹਵਾਲੇ ਕੀਤਾ ਗਿਆ ਤੁਸੀਂ? ਲੇਡੀ ਪੁਲਿਸ ਆਈ ਸੀ ਥਾਣੇ ਤੋਂ ਹੀ। ਕਿਹੜਾ ਥਾਣਾ ਸੀ? ਥਾਣਾ ਇਹ ਜਿਹੜਾ ਆਪਣਾ ਕੋਤਵਾਲੀ ਦੇ ਨੇੜੇ ਪੈਂਦਾ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ ਘਟਨਾ ਘੰਟਾ ਡੇਢ ਘੰਟਾ ਪਹਿਲਾਂ ਦੀ ਆ। ਤੇ ਸਪੈਸ਼ਲ 'ਚ ਜੋ ਵੀ ਲੱਗ ਰਿਹਾ ਸਪੈਸ਼ਲ 'ਚ, ਬਾਕੀ ਹੋਰ ਵੀ ਉਹਨੇ ਕਾਫੀ, ਇਹ ਤਾਂ ਹੁਣ ਇਨਵੈਸਟੀਗੇਸ਼ਨ ਹੋਊਗੀ, ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਠੀਕ ਕਿ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਬਾਕੀ ਉਸ ਤੋਂ ਬਾਅਦ ਪਤਾ ਲੱਗੂਗਾ। ਕਿਹਦਾ ਜੀ? ਮੈਂ ਜਗਦੀਸ਼ ਰਾਏ ਜੀ। ਤੁਸੀਂ ਅੱਜ ਕਿੱਥੇ ਆਏ ਸੀ? ਇੱਥੇ ਮੈਂ ਸੇਵਾ ਕਰਦਾ ਇੱਥੇ ਜੀ, ਕਿਹੜੇ ਗੁਰਦੁਆਰਾ ਸਾਹਿਬ? ਆਪਣੇ ਕਿਲ੍ਹਾ ਮੁਬਾਰਕ ਜੀ। ਅੱਛਾ, ਕੀ ਵੇਖਿਆ ਤੁਸੀਂ? ਇੱਥੇ ਪਹਿਲਾਂ ਤਾਂ ਉਹ ਰੋਟੀ ਖਾ ਰਹੀ ਸੀਗੀ ਜੀ, ਰੋਟੀ ਖਾ ਕੇ ਭਾਂਡੇ ਜੂਠੇ ਛੱਡ ਕੇ ਨਾ, ਜੂਠੇ ਹੱਥ ਉਹ ਅੰਦਰ ਚਲੀ ਗਈ। ਮੈਂ ਮਗਰ ਗਿਆ ਹੈ ਕਿ ਭਾਈ ਵੀ ਤੇਰੇ ਜੂਠੇ ਹੱਥ ਹੈਗੇ ਆ ਤੇ ਤੂੰ ਆ। ਉਹ ਕਹਿੰਦੇ ਨਹੀਂ ਮੈਂ ਨਹੀਂ ਆਉਣਾ ਹੈਗਾ। ਤੇ ਇੱਥੇ ਚੱਲ ਰਿਹਾ ਸੀ ਆਪਣਾ ਵੀ ਕੀਰਤਨ ਚੱਲ ਰਿਹਾ ਸੀ, ਅਰਦਾਸ ਚੱਲ ਰਹੀ ਸੀਗੀ। ਸੰਗਤ ਨੇ ਬਹੁਤ ਆਖਿਆ ਵੀ ਭਾਈ ਵੀ ਚਲੋ, ਉਹ ਕਹਿੰਦੇ ਨਹੀਂ ਮੈਂ ਜਾਣਾ ਹੈਗਾ, ਮੈਂ ਇੱਥੇ ਹੀ ਰਹੂੰਗੀ। ਕੋਈ ਦਿਮਾਗੀ ਸੰਤੁਲਨ ਦਾ? ਹਾਂ ਹੈ, ਪੜ੍ਹੀ ਲਿਖੀ ਸੀਗੀ ਤੇ ਦਿਮਾਗੀ ਸੀ, ਪੰਜਾਬੀ ਨਹੀਂ ਸੀ, ਕੋਈ ਬਾਹਰ ਦੀ ਲੱਗਦੀ ਸੀਗੀ। ਬਹੁਤ ਆਖਿਆ ਵੀ ਕਿਸੇ ਨੇ, ਬਹੁਤ ਜਾਣੀ ਕਿ ਸਭ ਨੇ ਆਖਿਆ ਹੈਗਾ, ਨਹੀਂ ਮੰਨੀ ਹੈਗੀ। ਅਖੀਰ ਤੇ ਫਿਰ ਵੀ ਬੀਬੀਆਂ ਵੀ ਇਕੱਠੀਆਂ ਹੋ ਗਈਆਂ ਵੀ ਫਿਰ ਉਹ ਬਾਹਰ ਚਲੇ ਗਈ। ਉਹ ਜੇਬ ਤੋਂ ਨਿਕਲੇ ਉਹਨਾਂ ਦੇ? ਨਹੀਂ ਜੇਬ 'ਚ ਕੁਛ ਨਹੀਂ ਨਿਕਲਿਆ ਹੈਗਾ। ਮੂਰਤੀਆਂ ਵਗੈਰਾ ਦੱਸ? ਨਾ ਜੀ ਨਾ, ਕੋਈ ਨਹੀਂ, ਬਾਹਰ ਵੇਖ ਨਿਕਲੇ, ਇੱਥੇ ਕੋਈ ਨਹੀਂ। ਬਹੁਤ ਪਰੇਸ਼ਾਨ ਕੀਤਾ ਜੀ ਉਹਨਾਂ ਨੇ। ਮੇਰਾ ਨਾਮ ਕਮਲਪ੍ਰੀਤ ਸਿੰਘ। ਕਿੱਥੇ ਪਹੁੰਚੇ ਸੀਗੇ ਤੁਸੀਂ? ਮੈਂ ਤਾਂ ਇੱਥੇ ਸੇਵਾ ਹੀ ਕਰਦੇ ਹਾਂ, ਦਰਸ਼ਨ ਕਰਨ ਆਉਂਦੇ ਹਾਂ ਆਹ ਕਿਲ੍ਹਾ ਸਾਹਿਬ ਗੁਰਦੁਆਰੇ 'ਚ। ਅੱਛਾ, ਕੀ ਦੇਖਿਆ ਅੱਜ ਜਿਹੜਾ ਕੋਈ ਗੱਲ ਹੋਈ? ਉਹ ਸਾਨੂੰ ਤਾਂ ਜਦੋਂ ਇਹਨਾਂ ਨੇ ਆ ਜਿਹੜੇ ਪਹਿਲਾਂ ਬਿਆਨ ਦੇ ਕੇ ਗਏ, ਇਹਨਾਂ ਨੇ ਦੱਸਿਆ ਵੀ ਐਂ ਕਰਕੇ ਕੋਈ ਲੇਡੀਜ਼ ਰੌਲਾ ਪਾ ਰਹੀ ਹੈ। ਮੈਂ ਤੇ ਫਿਰ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਬਾਹਰ ਜਾਓ। ਉਹ ਨਹੀਂ ਮੰਨੇ, ਉਹ ਕਹਿੰਦੇ ਮੈਂ ਪਾਠ ਸੁਣਦੀ ਆਇਆ, ਇਹ ਉਹ ਹੈ। ਉਦੋਂ ਬਾਅਦ ਫਿਰ ਉਹਨੂੰ ਥੋੜ੍ਹਾ ਜਿਹਾ ਜ਼ਬਰਦਸਤੀ ਨਾਲ ਕਹਿਣਾ ਹੀ ਪੈਂਦਾ, ਜਦੋਂ ਅਗਲਾ ਨਹੀਂ ਮੰਨਦਾ। ਉਹਨੂੰ ਬਾਹਰ ਕੱਢਿਆ, ਉੱਥੇ ਜਾ ਕੇ ਉਹ ਗਾਲਾਂ ਕੱਢਣ ਲੱਗ ਗਈ। ਕਹਿੰਦੀ ਮੈਂ ਗੁਰਦੁਆਰਾ ਬੰਦ ਕਰਾ ਦੂੰਗੀ, ਮੋਦੀ ਨੂੰ ਕਹਿ ਕੇ ਇਹ ਉਹ ਹੈ, ਕਾਫੀ ਉਹਨਾਂ ਨੇ ਕਿਹਾ। ਫਿਰ ਮੈਂ ਕਿਹਾ ਵੀ ਲੇਡੀਜ਼ ਕਰਕੇ ਹੱਥ ਨਹੀਂ ਪਾਇਆ ਉਹਨਾਂ ਨੂੰ, ਵੀ ਚੱਲ ਲੇਡੀਜ਼ ਹੈਗੇ ਵੀ ਆਪਣਾ ਨਹੀਂ ਬਣਦਾ, ਹਿਊਮਨ ਰਾਈਟ ਨਹੀਂ ਬਣਦਾ। ਫਿਰ PCR ਵਾਲੇ ਮੈਡਮ ਸੀਗੇ, ਉਹਨਾਂ ਨੂੰ ਬੁਲਾ ਕੇ ਲਿਆਇਆ ਮੈਂ ਮੈਡਮ ਉੱਪਰ ਵੀ ਲੇਡੀਜ਼ ਆ, ਉਹ ਕੰਟਰੋਲ ਨਹੀਂ ਹੋ ਰਹੀ। ਉਹ ਆਏ, ਉਹ ਇਕੱਲੇ ਸੀਗੇ। ਉਹ ਫਿਰ ਇਹਨਾਂ ਨੇ ਉਦੋਂ ਸੰਗਤ ਨੇ ਤਲਾਸ਼ੀ ਵਗੈਰਾ ਲਿੱਤੀ, ਉਹਦੇ ਝੋਲੇ 'ਚ ਮਾਚਿਸਾਂ ਵਗੈਰਾ, ਬਾਕੀ ਕੋਈ ਸ਼ਿਵਲਿੰਗ ਵਗੈਰਾ, ਇੱਕ ਦੋ ਚੀਜ਼ਾਂ ਹੋਰ ਸੀਗੀਆਂ, ਆਹ ਚੀਜ਼ਾਂ ਸੀਗੀਆਂ। ਕਿਸ ਮਨਸਾ ਦੇ ਨਾਲ ਆਈ ਲੱਗਦੀ ਤੁਹਾਨੂੰ? ਮਨਸਾ ਨੇ ਹੁਣ ਸਾਰੇ ਦੇਖੋ ਜੀ, ਇਹ ਤਾਂ ਹੁਣ ਅਗਲੇ 'ਤੇ ਡਿਪੈਂਡ ਕਰਦਾ ਕਿ ਅਗਲਾ ਕਿਵੇਂ ਆਇਆ, ਪਰ ਉਹਨੂੰ ਕੋਈ ਗੱਲਬਾਤ ਆ ਨਹੀਂ ਰਹੀ ਸੀ ਵਿੱਚ, ਕਿਸੇ ਨੂੰ ਉਹ ਗੱਲ ਨਹੀਂ ਕਹਿ ਰਹੀ ਸੀ ਵੀ ਜੇ ਕੱਲ੍ਹ ਨੂੰ ਕੋਈ ਮਾੜਾ ਮੋਟਾ ਅੱਗੇ ਵੱਧ ਜਾਂਦਾ ਜਾਂ ਬੇਅਦਬੀ ਕਰ ਦਿੰਦੇ। ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਾਹਰ ਜਾਓ। ਨਹੀਂ ਆਏ।
ਫਿਰ ਉਹ ਮੈਡਮ ਦੂਜੇ ਨੂੰ ਉਹਨਾਂ ਨੇ ਆਪਦੇ ਮੁਲਾਜ਼ਮਾਂ ਨੂੰ ਬੁਲਾਇਆ, ਉਹ ਉਹਨਾਂ ਨੂੰ ਵੀ ਹੋਰ ਢੰਗ ਤਰੀਕੇ ਨਾਲ ਗੱਲ ਕਰ ਰਹੀ ਸੀ। ਤਾਂ ਗੁਰਦੁਆਰਾ ਸ਼੍ਰੀ ਕਿਲ੍ਹਾ ਮੁਬਾਰਕ ਬਠਿੰਡਾ ਦੇ ਵਿੱਚ ਇੱਕ ਔਰਤ ਨੂੰ ਕਾਬੂ ਕੀਤਾ ਗਿਆ। ਸ਼ੱਕੀ ਔਰਤ ਸੀ, ਗਲਤ ਹਰਕਤਾਂ ਕਰ ਰਹੀ ਸੀ ਗੁਰੂ ਘਰ ਦੇ ਵਿੱਚ, ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਜਾਪਦੀ ਹੈ ਕਿ ਇਸ ਦੀ ਜਿਹੜੀ ਸੁੱਧ ਬੁੱਧ ਆ ਉਹ ਸਹੀ ਨਹੀਂ ਹੈਗੀ। ਪਰ ਵੱਡਾ ਸਵਾਲ ਇਹ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਗੁਰੂ ਘਰ 'ਚ ਹੀ ਕਿਉਂ ਪਹੁੰਚਦੇ ਨੇ, ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਜੇਕਰ ਇਸ ਔਰਤ ਨੂੰ ਵੀ ਸਮਾਂ ਰਹਿੰਦਿਆਂ ਕਾਬੂ ਨਾ ਕੀਤਾ ਜਾਂਦਾ ਤਾਂ ਕੋਈ ਵੀ ਘਟਨਾ ਨੂੰ ਅੰਜਾਮ ਇਹ ਦੇ ਸਕਦੀ ਸੀਗੀ। ਹਾਲਾਂਕਿ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ, ਪਰ ਪੁਲਿਸ ਕਹਿ ਰਹੀ ਹੈ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਦੱਸਦੀ ਹੈ ਕਿ ਬਠਿੰਡਾ ਦੇ ਗੁਰਦੁਆਰਾ ਸ਼੍ਰੀ ਕਿਲ੍ਹਾ ਮੁਬਾਰਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਉੱਥੇ ਇੱਕ ਔਰਤ ਦਾਖਲ ਹੁੰਦੀ ਹੈ ਤੇ ਮੋਬਾਈਲ ਤੇ ਸ਼ਬਦ ਲਾਏ ਹੁੰਦੇ ਨੇ ਉੱਚੀ ਆਵਾਜ਼ ਦੇ ਵਿੱਚ। ਤਾਂ ਪ੍ਰਬੰਧਕ ਉਸ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਸ਼ਬਦ ਬੰਦ ਕਰ ਦਿਓ, ਅਰਦਾਸ ਚੱਲ ਰਹੀ ਹੈ। ਤਾਂ ਉਸ ਦੌਰਾਨ ਕੁਝ ਗਲਤ ਹਰਕਤਾਂ ਵੀ ਕਰਦੀ ਹੈ ਤੇ ਬਹਿਸ ਵੀ ਕਰਦੀ ਹੈ। ਉਸ ਤੋਂ ਬਾਅਦ ਉਸ ਨੂੰ ਪ੍ਰਬੰਧਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਚੁੱਪਚਾਪ ਬਾਹਰ ਚਲੇ ਜਾਓ ਜਾਂ ਤੁਸੀਂ ਚੁੱਪਚਾਪ ਬੈਠ ਜਾਓ, ਪਰ ਉਹ ਨਹੀਂ ਮੰਨਦੀ। ਜਿਸ ਤੋਂ ਬਾਅਦ ਜਿਹੜੇ ਪ੍ਰਬੰਧਕ ਨੇ, ਸੇਵਾਦਾਰ ਨੇ, ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ। ਤਾਂ ਪੁਲਿਸ ਤਫਤੀਸ਼ ਕਰਦੀ ਹੈ, ਜਿਸ ਤੋਂ ਬਾਅਦ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਹਸਪਤਾਲ ਤੋਂ ਫਰਾਰ ਹੋਈ ਔਰਤ ਸੀ, ਕਰਨਾਲ ਦੀ ਰਹਿਣ ਵਾਲੀ ਹੈ ਤੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਪ੍ਰੈਲ ਦੀ ਹਸਪਤਾਲ ਦੇ ਵਿੱਚੋਂ ਉਹ ਫਰਾਰ ਹੋ ਗਈ ਸੀ। ਤਾਂ ਦੱਸਦੀ ਹੈ ਕਿ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ ਤਾਂ ਸਹੀ ਸਵਾਲਾਂ ਦੇ ਜਵਾਬ ਉਸਨੇ ਨਹੀਂ ਦਿੱਤੇ ਨੇ ਤੇ ਪੁਲਿਸ ਮੁਤਾਬਕ ਉਹ ਮਾਨਸਿਕ ਤੌਰ ਤੇ ਸਹੀ ਨਹੀਂ ਹੈਗੀ। ਪਰ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ਼ੱਕੀ ਔਰਤ ਨੂੰ ਕਾਬੂ ਕੀਤਾ ਗਿਆ। ਗਲਤ ਹਰਕਤਾਂ ਕਰਨ ਦੇ ਇਸ ਦੇ ਇਲਜ਼ਾਮ ਨੇ ਕਿ ਇਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਉੱਥੇ ਮੱਥਾ ਨਹੀਂ ਸੀ ਟੇਕ ਰਹੀ, ਗਲਤ ਹਰਕਤਾਂ ਕਰ ਰਹੀ ਸੀ ਤੇ ਪੁਲਿਸ ਕਹਿ ਰਹੀ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰਤ। ਇੱਕ ਵਾਰ ਵੀਡੀਓ ਤੁਹਾਨੂੰ ਦਿਖਾਉਂਦੇ ਆ ਜਿਸ ਦੇ ਵਿੱਚ ਸਾਰਾ ਸਪਸ਼ਟ ਹੋਵੇਗਾ ਕਿ ਵਾਕਿਆ ਹੀ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਸਹੀ ਗੱਲਬਾਤ ਕਰ ਰਹੀ ਹੈ। ਪੂਰੀ ਵੀਡੀਓ ਤੁਸੀਂ ਵੀ ਦੇਖੋ। गॉड जाटर सारे गुरुद्वारे में ताला लगाने वाली भक्ति देवी। फोटो खींच लो, जल्दी खींचो। एक्टिंग करती है, मेरी एक्टिंग बहुत अच्छी आती है। आई नहीं पुलिस अभी तक। आओ जल्दी बुलाओ ना, जल्दी कॉल दी पुलिस, जल्दी हरी अप। मैं बुलावा पुलिस नूं कि ताले बंद कर दो सरदार जी नूं, जिन्होंने तकलीफ होती है वाहेगुरू का नाम सुनना नहीं। बुरी है, अच्छे लेडीज है, बहुत परेशान करती थी, खिंच के वाहेगुरू का नाम है चंद तकलीफ। ਉਹ ਯਾਰ ਗੇਟ ਤੇ ਬੈਠੇ ਆ ਮੁਲਾਜ਼ਮ, ਆਪਣੇ ਗੇਟ ਵਾਲੇ ਨੂੰ ਕਹਿ ਦਿਓ ਮੁਲਾਜ਼ਮਾਂ ਭੇਜ ਦੇਣਗੇ। ਕੀ ਹੁੰਦਾ ਪਿਆ? ਅਸੀਂ ਫੜੀ ਬੈਠਿਆਂ ਨੂੰ। मैं तो सही गल करनी है जो करनी है, उसी गल है तो अगे अंबरसर से फिर है ही गंदा गुरुद्वारा। कितने पुलिस ਗੰਦਾ ਗੁਰਦੁਆਰਾ ਕਿਵੇਂ ਕਹਿੰਦਾ ਗੰਦਾ ਅਸੀਂ ਤਾਂ ਸੋਚਦੇ ਸੀ ਲੇਡੀ ਹੈ ਤੂੰ, ਜੇ ਤੂੰ ਬੰਦਿਆਂ ਦੀ ਗੱਲ ਹੁਣ ਕੱਢੇਗਾ ਇਸ ਤੋਂ ਬਾਅਦ ਤੈਨੂੰ ਮਾਰ ਉਹ ਗੱਲ ਨਾ ਕੱਢੀ, ਤੈਨੂੰ ਦੱਸਦਾ ਅਸੀਂ ਲੇਡੀ ਦਾ ਤਾਂ ਸਨਮਾਨ ਕਰ ਰਹੇ ਸੀ ਕਿ ਲੈ ਕੇ ਜਾਓ ਬਾਈ ਜੀ मेरी गल सुन लो, थोड़ा नवा नवा ब्याह होया देवी। माय नेम इज भक्ति देवी, गॉड जाटर सारे गुरुद्वारे में ताला लगाने वाली भक्ति देवी। फोटो खींच लो, जल्दी खींचो। एक्टिंग करती है, मेरी एक्टिंग बहुत अच्छी आती है। आई नहीं पुलिस अभी तक। आओ जल्दी बुलाओ ना, जल्दी कॉल दी पुलिस, जल्दी हरी अप। मैं बुलावा पुलिस नूं कि ताले बंद कर दो सरदार जी नूं, जिन्होंने तकलीफ होती है वाहेगुरू का नाम सुनना नहीं। बुरी है, अच्छे लेडीज है, बहुत परेशान करती थी, खिंच के
ਵਾਹਿਗੁਰੂ ਦਾ ਨਾਮ ਹੈ ਚੱਲ ਤਕਲੀਫ ਉਹ ਯਾਰ ਗੇਟ ਤੇ ਬੈਠੇ ਆ ਮੁਲਾਜ਼ਮ, ਆਪਣੇ ਗੇਟ ਵਾਲੇ ਨੂੰ ਕਹਿ ਦਿਓ ਮੁਲਾਜ਼ਮਾਂ ਭੇਜ ਦੇਣਗੇ ਤਾਂ ਤੂੰ ਕੁੱਟੀ ਕੀ ਹੁੰਦਾ ਪਿਆ? ਅਸੀਂ ਫੜੀ ਬੈਠਿਆਂ ਨੂੰ। ਮੈਂ ਤਾਂ ਸਹੀ ਗੱਲ ਕਰਨੀ ਆ ਜੋ ਕਰਨੀ ਆ। ਤੁਸੀਂ ਗੱਲ ਤੋਂ ਅੱਗੇ ਅੰਬਰਸਰ ਦੇ ਹਾਂ ਅੰਬਰਸਰ ਤੇ ਫਿਰ ਹੈ ਹੀ ਗੰਦਾ ਗੁਰਦੁਆਰਾ। ਕਿੱਥੇ ਪੁਲਿਸ ਕਿਵੇਂ ਕਹਿੰਦਾ ਗੰਦਾ ਗੁਰਦੁਆਰਾ? ਕਿਵੇਂ ਕਹਿੰਦਾ ਗੰਦਾ ਗੁਰਦੁਆਰਾ? ਤੇਰੀ ਸ਼ਰਮ ਨਹੀਂ ਗੱਲ ਕਰਦੇ ਯਾਰ। ਅਸੀਂ ਅੰਦਰੋਂ ਕੱਢਿਆ ਬਾਹਰ ਹੀ ਪੈ ਗਿਆ ਕਹਿ ਸਕਦੀ ਹੈ ਬਾਹਰ ਕੱਢਿਆ। ਗੱਲ ਸੁਣ ਲੈ, ਅਸੀਂ ਤਾਂ ਸੋਚਦੇ ਸੀ ਲੇਟ ਨਹੀਂ ਆ ਤੂੰ। ਜੇ ਕੋਈ ਬੰਦਿਆਂ ਦੀ ਗੱਲ ਹੁਣ ਕੱਢੇਗਾ ਇਸ ਤੋਂ ਬਾਅਦ ਕੰਮ ਹੁੰਦੇ ਨੇ ਤੈਨੂੰ ਮਾਫ ਉਹ ਗੱਲ ਨਾ ਕੱਢੀ ਤੈਨੂੰ ਦੱਸਦਾ। ਅਸੀਂ ਲੇਡੀ ਦਾ ਤਾਂ ਸਨਮਾਨ ਕਰ ਰਹੇ ਸੀ ਕਿ ਲੈ ਕੇ ਜਾਓ ਬਾਈ ਜੀ ਆਪਾਂ ਗੱਲ ਨਾ ਕੱਢੀਏ। ਬਾਹਰ ਕੱਢਿਆ ਜੀ ਅੰਦਰ ਦਰਬਾਰ ਚ ਬਾਹਰ ਕੱਢਿਆ। ਮੇਰੀ ਗੱਲ ਸੁਣ ਲਓ।